ਬੇਅਦਬੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਕਦੋਂ ਤੋਂ ਸ਼ੁਰੂ ਹੋਈਆਂ ਅੰਦਰ ਖਾਤੇ ਚੱਲ ਕੀ ਕੁਝ ਰਿਹਾ ਸੀ ਜਿਹੜਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ? ਸਿਲਸਿਲਾ ਤਾਂ ਬੜੀ ਦੇਰ ਤੋਂ ਚੱਲਿਆ ਆ ਰਿਹਾ ਸੀ। ਸਿੱਖਾਂ ਦੇ ਇਤਿਹਾਸ ਨੂੰ ਕਿਵੇਂ ਛੇੜਿਆ ਗਿਆ, ਸਿੱਖ ਕੌਮ ਨਾਲ ਕਿਵੇਂ ਖਿਲਵਾੜ ਕੀਤੇ ਗਏ, ਕਿੰਨੇ ਕੀਤੇ, ਸਾਡੇ ਸਿੱਖਾਂ ਨੇ ਕੀਤੇ। ਹੁਣ ਸਾਨੂੰ ਇਹ ਨਹੀਂ ਪਤਾ ਕਿ ਤੋਸ਼ਾਖਾਨਾ ਦੇ ਵਿੱਚ ਕੋਈ ਹੀਰੇ ਜਵਾਹਰਾਤ ਹੈ ਵੀ ਨੇ ਕਿ ਨਹੀਂ ਹੈ, ਕੋਈ ਮਹਾਰਾਜਾ ਰਣਜੀਤ ਸਿੰਘ ਦੀ ਕਲਗੀ ਹੈ ਵੀ ਹੈ ਕਿ ਨਹੀਂ ਹੈ, ਜੋ ਉਹਨਾਂ ਨੇ ਉੱਥੇ ਸੌਂਪਿਆ ਕੱਖ ਵੀ ਉੱਥੇ ਸਾਨੂੰ ਪਤਾ ਨਹੀਂ, ਕਿਸੇ ਨੂੰ ਵੀ ਨਹੀਂ ਪਤਾ ਸਿੱਖ ਨੂੰ। ਇੱਕ ਵਦੰਤੀ ਸਾਹਿਬ ਜਿਹੜਾ ਮੇਨ ਸਰੂਪ ਸੀਗਾ ਉਹ ਲੈ ਕੇ ਗਏ ਜਦੋਂ, ਤੇ ਬੜੀਆਂ ਕਿ ਵੀ ਇਹ ਲੈ ਕੇ ਗਏ ਟੈਚੀ 'ਚ ਬੰਦ ਕਰਕੇ। ਵੇਦਾਂਤੀ ਸਾਹਿਬ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਗੱਲ ਕਰ। ਹਾਂਜੀ, ਵੇਦਾਂਤੀ ਜਿਹੜਾ ਵੇਦਾਂ ਜਿਹਨੇ ਵੇਦ ਪੜ੍ਹੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ। ਕਾਰਜਕਾਰੀ ਜਥੇਦਾਰ ਤਾਂ ਵਿਚਾਰਾ ਨਵਾਂ ਬਣਿਆ, ਉਹਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ, ਉਹਨੂੰ ਹੁਣ ਪਤਾ ਲੱਗ ਰਿਹਾ ਵੀ ਮੈਂ ਕਿਹੜੀ ਜਗ੍ਹਾ 'ਤੇ ਫਸਿਆ। ਪਹਿਲਾਂ ਉਹ ਬੜੀਆਂ ਬੜਕਾ ਮਾਰਦਾ ਸੀ ਵੀ ਸ਼ਾਇਦ ਪੜ੍ਹਿਆ ਲਿਖਿਆ ਮੁੰਡਾ ਸੀ, ਕਿ ਨਵਾਂ ਮੁੰਡਾ ਆ ਗਿਆ, ਪੜ੍ਹਿਆ ਲਿਖਿਆ ਆ ਗਿਆ, ਸ਼ਾਇਦ ਸਾਡੀ ਕੌਮ ਦਾ ਕੋਈ ਸੁਧਰ ਜਾਏਗਾ। ਲੇਕਿਨ ਹੁਣ ਜਿਸ ਤਰ੍ਹਾਂ ਉਹਨੇ ਕੰਮ ਸ਼ੁਰੂ ਕਰ ਦਿੱਤੇ ਨੇ, ਉਹ ਗੁਰਬਚਨ ਸਿੰਘ ਵਾਲੇ ਕੰਮ ਫਿਰ ਸ਼ੁਰੂ ਹੋ ਗਏ ਨੇ। ਤੁਸੀਂ 200-300 ਸਰੂਪ ਵੇਚ ਦਿਓ ਅਤੇ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਇਹ ਕੀ ਸਜ਼ਾ ਹੋਈ ਬਈ? ਆਰਐਸਐਸ ਵਾਲਿਆਂ ਦਾ ਸੈਕਟਰੀ ਇਹ ਗੱਲ ਕਹਿ ਰਿਹਾ ਕਿ ਜਥੇਦਾਰ ਤਾਂ ਕੋਈ ਕੰਮ ਹੋਵੇ ਸਾਨੂੰ ਦੱਸੋ, ਮਤਲਬ ਕਿ ਆਰਐਸਐਸ ਦਾ ਸ਼ਿਕੰਜਾ ਪੂਰਾ ਕਬਜ਼ਾ। ਮੈਂ ਕਿਹਾ ਜੀ, ਉਹ ਮੈਨੂੰ ਕਹਿੰਦਾ ਕਿ ਪੂਰਨ ਸਿੰਘ ਸਾਡਾ ਬੰਦਾ ਹੈ, कोई भी आपको काम हो हमें फ़ोन करना, वो ही करेगा। ताई तो कहता लव कुछ दी औलाद ने गुरु गोबिंद सिंह, पूरन सिंह ने शोशा छड्या सी सब तो पहला। मरहूम साहब का जथेदार पूरन सिंह कहता जथेदार वो ये शोशा नहीं छड्या सी, तो कहता तो साडा बंदा है। हुण देखो सारियां तुहाडियां संस्थावां दे विच वो इनफिल्ट्रेट कर चुके हैं। अकाली अकूली कोई नहीं, उही अकालियां नूं चलाउंदे सी, उही हुण दुबदा च पए होए ने। और ये तो मैं तुहानूं दस्सिया ना जो मेरी पहला भी तो भी ये जिहड़ा सिख धर्म है, ये जदों धर्म पैदा होया ना उदों इत्थे हिंदुआं दा राज नहीं सी, उदों मुगलों का राज सी। जे राज ये बामणां दा हुंदा, जे राज बामणां दा हुंदा, दर्शन ड्यूटी के दरवाजे इन्होंने उतार के रखे सोमनाथ मंदिर नूं वापस देण ते, वो रौला पै गया, उत्थे नाल दे कमरे 'च रखी बैठे है। ਸਤਿ ਸ਼੍ਰੀ ਅਕਾਲ, ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਪੰਜਾਬ ਦੇ ਵਿੱਚ ਬੇਅਦਬੀਆਂ ਦਾ ਮਸਲਾ ਕੋਈ ਨਵਾਂ ਨਹੀਂ, ਪਰ ਜਦੋਂ ਗੱਲ ਉੱਠਦੀ ਹੈ ਕਿ ਆਖਿਰਕਾਰ 267 ਸਰੂਪ ਜਾਂ ਉਸ ਤੋਂ ਵੱਧ ਸਰੂਪ, ਜਦੋਂ ਗਿਣਤੀ ਵੱਧ ਜਾਂਦੀ ਹੈ 300-350 ਤੋਂ ਉਸ ਤੋਂ ਵੀ ਵੱਧ ਅੱਗੇ ਅੰਕੜੇ ਨਿਕਲ ਕੇ ਸਾਹਮਣੇ ਆਉਂਦੇ ਨੇ, ਤਾਂ ਸਵਾਲ ਉੱਠਦਾ ਹੈ ਕਿ ਇਹਨਾਂ ਸਾਰਿਆਂ ਦੇ ਪਿੱਛੇ ਕੌਣ ਹੈ? ਕੀ ਕਾਰਜਕਾਰੀ ਜਥੇਦਾਰ ਵੱਲੋਂ ਜਿਹੜੇ ਤਨਖਾਹੀਆ ਕਰਾਰ ਦਿੱਤੇ ਗਏ ਨੇ, ਮੌਜੂਦਾ ਕਮੇਟੀ ਜਾਂ ਸਾਬਕਾ ਕਮੇਟੀ ਹੋਰ ਮੈਂਬਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ, ਕੀ ਇਹ ਵਾਜਬ ਹੈ? ਬੇਅਦਬੀਆਂ ਦੇ ਮਸਲੇ ਜਿਹੜੇ ਨੇ ਉਹ ਅੱਜ ਦੇ ਨਹੀਂ ਹੁੰਦੇ, ਇਹਦੇ ਪਿੱਛੇ ਹੋਰ ਬੜੇ ਡੂੰਘੇ ਭੇਤ ਨੇ। ਇਹਨਾਂ ਦੇ ਉੱਤੇ ਅਸੀਂ ਗੱਲਬਾਤ ਕਰਨ ਲਈ ਉੱਘੇ ਸਿਆਸੀ ਮਾਹਰ ਤੇ ਸਿੱਖ ਚਿੰਤਕ ਜੋ ਕੈਪਟਨ ਚੰਨਨ ਸਿੰਘ ਸਿੱਧੂ ਹੋਰਾਂ ਦੇ ਕੋਲ ਪਹੁੰਚੇ, ਉਹਨਾਂ ਤੋਂ ਜਾਣਾਂਗੇ ਕਿ ਇਸ ਦਾ ਪਿਛੋਕੜ ਕੀ ਹੈ। ਉਹਨਾਂ ਦੇ ਕੋਲ ਬੜੇ ਵੱਡੇ ਖੁਲਾਸੇ ਨੇ। ਸਿੱਧੂ ਸਾਹਿਬ, ਤੁਹਾਡਾ ਸਵਾਗਤ ਹੈ ਲੋਕਰਾਜ ਚੈਨਲ ਪੰਜਾਬੀ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਮਿਹਰਬਾਨੀ ਤੁਹਾਡੀ। ਸਿੱਧੂ ਸਾਹਿਬ, ਤੁਹਾਡੇ ਖੁਲਾਸੇ ਜਿਹੜੇ ਨੇ ਉਹ ਦੱਸੋ ਕਿ ਬੇਅਦਬੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਉਹ ਕਦੋਂ ਤੋਂ ਸ਼ੁਰੂ ਹੋਈਆਂ, ਅੰਦਰ ਖਾਤੇ ਚੱਲ ਕੀ ਕੁਝ ਰਿਹਾ ਸੀ ਜਿਹੜਾ ਹੁਣ ਨਿਕਲ ਕੇ ਸਾਹਮਣੇ ਆ ਰਿਹਾ? ਦੇਖੋ ਜੀ, ਜਦੋਂ ਦਾ ਅਸੀਂ ਹੋਸ਼ ਸੰਭਾਲਿਆ 1984 ਤੋਂ ਸਾਡੀ ਕਾਫੀ ਐਕਟਿਵ ਇਨਵੋਲਵਮੈਂਟ ਰਹੀ ਹੈ, ਔਰ ਅਸੀਂ ਇਹਨੂੰ ਬੜਾ ਨਜ਼ਦੀਕ ਤੋਂ ਹੋ ਕੇ ਦੇਖਿਆ। ਇਹ ਸਿਲਸਿਲਾ ਤਾਂ ਬੜੀ ਦੇਰ ਤੋਂ ਚੱਲਿਆ ਆ ਰਿਹਾ ਸੀ, ਲੇਕਿਨ 1984 ਤੋਂ ਜੋ ਬਾਅਦ ਹੋਇਆ ਨਾ, ਉਹ ਸਿੱਖ ਹਲਕਿਆਂ ਦੇ ਵਿੱਚ ਜਿਹੜੇ ਸਾਡੇ ਅੱਜ ਦੇ ਬੱਚੇ ਨੇ, ਜਿਹੜੇ ਹੁਣ ਜਵਾਨ ਹੋਏ ਨੇ, ਜਾਂ ਤੁਸੀਂ ਵੀ ਜਿਵੇਂ, ਜਿਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਪਤਾ ਹੀ ਨਹੀਂ ਹੈਗਾ ਕਿ ਸਿੱਖਾਂ ਦੇ ਇਤਿਹਾਸ ਨੂੰ ਕਿਵੇਂ ਛੇੜਿਆ ਗਿਆ, ਸਿੱਖ ਕੌਮ ਨਾਲ ਕਿਵੇਂ ਖਿਲਵਾੜ ਕੀਤੇ ਗਏ, ਕਿੰਨੇ ਕੀਤੇ, ਸਾਡੇ ਸਿੱਖਾਂ ਨੇ ਕੀਤੇ। ਉਹ ਜਿਹੜੇ 1984 ਤੋਂ ਬਾਅਦ ਦੇਖੋ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਸੀ, ਉਹ ਸਿੱਖਾਂ ਦਾ ਇਤਿਹਾਸ ਸੀ, ਸਾਰਾ ਸਿੱਖਾਂ ਦਾ ਇਤਿਹਾਸ ਸੀਗਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ। ਔਰ ਉਹ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਕਿਵੇਂ ਲੁੱਟਿਆ ਗਿਆ, ਇਹ ਕਹਿੰਦੇ ਜੀ ਉਹ ਸਾਰਾ ਸਮਾਨ ਫੌਜ ਚੁੱਕ ਕੇ ਲੈ ਗਈ। ਮੈਂ ਤਾਂ ਕਹਿੰਦਾ ਬੜਾ ਹੀ ਚੰਗਾ ਹੋਇਆ ਫੌਜ ਚੁੱਕ ਕੇ ਲੈ ਗਈ। 7 ਤਰੀਕ ਨੂੰ ਉੱਥੇ ਲਾਇਬ੍ਰੇਰੀ ਨੂੰ ਅੱਗ ਲੱਗਦੀ ਹੈ, 6 ਨੂੰ ਫੌਜ ਸਮਾਨ ਚੁੱਕ ਕੇ ਲੈ ਜਾਂਦੀ ਹੈ। 7 ਨੂੰ ਜਿਹੜਾ ਸਮਾਨ ਛੱਡਦਾ ਐਜ਼ ਪਰ ਬ੍ਰਿਗੇਡੀਅਰ, ਜਿਹੜਾ ਉੱਥੋਂ ਸਮਾਨ ਜਿਹਨੇ ਲੈ ਕੇ ਤੇ ਸਾਰਾ ਉਹਨੇ ਨੋਟ ਬਣਾਇਆ,
ਉਹ ਸਿਰਫ ਅਖਬਾਰ, ਪੁਰਾਣੇ ਅਖਬਾਰ ਹੀ ਪਏ ਸੀ ਔਰ ਉਹ ਅਖਬਾਰ ਹੀ ਪੁਰਾਣੇ ਸੜੇ ਨੇ ਉੱਥੇ। ਉੱਥੇ ਕੋਈ ਗੁਰੂ ਸਾਹਿਬ ਦਾ ਸਰੂਪ ਨਹੀਂ ਸੜਿਆ। 204 ਸਰੂਪ ਸੀਗੇ, 204 ਦੇ 204 ਸਰੂਪ ਜਿਹੜੇ ਉਹ ਫੌਜ ਨਾਲ ਲੈ ਗਈ। ਉਹਨਾਂ ਨੇ ਜਾ ਕੇ ਉੱਥੇ ਯੂਥ ਵਿੰਗ ਹੋਸਟਲ ਬਣਿਆ ਸੀ ਉੱਥੇ GT ਰੋਡ 'ਤੇ, ਉੱਥੇ ਜਾ ਕੇ ਉਹਨਾਂ ਨੇ ਰੱਖੇ। ਔਰ 27 ਸਾਡੇ ਹੁਕਮਨਾਮੇ ਸੀ ਜਿਹੜੇ ਗੁਰੂ ਸਾਹਿਬਾਨਾਂ ਨੇ ਟਾਈਮ ਟੂ ਟਾਈਮ ਸਿੱਖ ਕੌਮ ਦੇ ਨਾਂ 'ਤੇ ਸੰਦੇਸ਼ ਦਿੱਤੇ ਹੋਏ ਸੀ। ਉਹ 27 ਹੁਕਮਨਾਮੇ ਸੀ ਅਤੇ ਹੋਰ ਵੀ ਬਹੁਤ ਲਿਟਰੇਚਰ ਸੀਗਾ। ਸਾਡੀਆਂ ਪੇਂਟਿੰਗ ਸੀਗੀਆਂ, ਪੇਂਟਿੰਗ ਜਿਹੜੀਆਂ ਹਿਸਟੋਰੀਕਲ ਪੇਂਟਿੰਗਸ, ਹਾਂਜੀ, ਉਹ ਸੀਗੀਆਂ ਕੋਈ 24-25 ਦੇ ਕਰੀਬ। ਅਤੇ ਉਸ ਤੋਂ ਬਾਅਦ ਸਾਡਾ ਤੋਸ਼ਾਖਾਨਾ ਸੀ। ਇਹ ਕਹਿੰਦੇ ਜੀ ਸਾਰਾ ਜਿਹੜਾ ਉਹ ਫੌਜ ਚੁੱਕ ਕੇ ਲੈ ਗਈ। ਜਦੋਂ ਅਸੀਂ ਇਤਿਹਾਸ ਨੂੰ ਫੋਲਿਆ ਅਤੇ ਸਾਨੂੰ ਇਹ ਪਤਾ ਲੱਗਿਆ ਕਿ ਆਰਮੀ ਵਾਲੇ ਕਹਿੰਦੇ ਅਸੀਂ ਸਾਰਾ ਹੈਂਡਓਵਰ ਕਰ ਦਿੱਤਾ। ਸਾਡੇ ਕੋਲ ਇਹਨਾਂ ਦੇ ਦਸਤਖਤ ਹੈ, ਪੂਰੀ ਲਿਸਟ ਬਣਾ ਕੇ 204 ਸਰੂਪ ਇਹਨਾਂ ਨੂੰ ਹੈਂਡਓਵਰ ਕੀਤੇ ਗਏ। ਪੂਰੀ ਲਿਸਟ ਬਣਾ ਕੇ ਇਹਨਾਂ ਨੂੰ ਸਾਰੇ ਡਾਕੂਮੈਂਟਸ ਹੈਂਡਓਵਰ ਕੀਤੇ ਗਏ। ਇੱਕ ਪਾਸੇ ਉਹ ਬ੍ਰਿਗੇਡੀਅਰ ਸਾਹਿਬ ਸਾਈਨ ਕਰਦੇ ਹੈ ਅਤੇ ਉਹਨਾਂ ਦਾ ਸੈਕਟਰੀ ਲੈਫਟੀਨੈਂਟ ਕਰਨਲ ਸਾਈਨ ਕਰਦਾ। ਇੱਕ ਪਾਸੇ ਭਾਨ ਸਿੰਘ ਜਿਹੜੇ ਸੈਕਟਰੀ ਸੀ ਸਾਡੇ ਸ਼੍ਰੋਮਣੀ ਕਮੇਟੀ ਦੇ, ਉਹ ਅਤੇ ਕੁਲਵੰਤ ਸਿੰਘ ਡਿਪਟੀ ਸੈਕਟਰੀ, ਇਹਨਾਂ ਦੇ ਸਾਈਨ ਕੀਤੇ ਹੋਏ ਨੇ। ਔਰ ਇਹਨਾਂ ਨੇ ਸਾਰਾ ਉਹ ਸਮਾਨ ਲੈ ਲਿਆ ਜਿਨ੍ਹਾਂ ਦੇ ਵਿੱਚ ਸਾਡੇ ਬੜੇ ਪੁਰਾਤਨ ਸਰੂਪ, ਜਿਨ੍ਹਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਜਿਹੜਾ ਗੋਲਡਨ ਸਰੂਪ ਕਹਿੰਦੇ ਨੇ, ਜਿਨ੍ਹਾਂ ਨੇ ਉਹਨਾਂ ਨੇ ਗੋਲਡਨ ਨਾਲ ਲਿਖਿਆ ਸੀ, ਜਿਹੜਾ ਉਹਨਾਂ ਅਥੈਂਟੀਕੇਟ ਕੀਤਾ ਸੀ ਆਪਦੇ ਦਸਤਖਤਾਂ ਨਾਲ, ਤਾਂ ਕਿ ਕੋਈ ਵੀ ਸਾਡਾ ਆਉਣ ਵਾਲੀਆਂ ਹਿਸਟਰੀ ਦੇ ਵਿੱਚ ਸਾਡੇ ਕੋਈ ਪਿਲਫਰੇਜ ਨਾ ਹੋ ਸਕੇ ਸਾਡੇ ਸਕ੍ਰਿਪਚਰ ਦੇ ਵਿੱਚ। ਤਾਂ ਉਹ ਸਾਡਾ ਰੋਲ ਮਾਡਲ ਹੋਏਗਾ। ਉਹਨੂੰ ਦੇਖ ਕੇ ਹੀ ਬਾਕੀ ਦੇ ਲਿਖੇ ਜਾਣਗੇ, ਜਾਂ ਕੋਈ ਅਮੈਂਡਮੈਂਟ ਨਹੀਂ ਹੋ ਸਕਦੀ ਉਹਦੇ 'ਚ। ਗੁਰੂ ਗ੍ਰੰਥ ਸਾਹਿਬ 'ਚ ਅਮੈਂਡਮੈਂਟ ਹੋ ਹੀ ਨਹੀਂ ਸਕਦੀ। ਅਤੇ ਉਹ ਸਾਰਾ ਸਮਾਨ ਜਿਹੜਾ ਇਹਨਾਂ ਨੇ ਵਾਪਸ ਲੈ ਲਿਆ। ਕੈਪਟਨ ਸਾਹਿਬ, ਇਹ ਉਹੀ ਸਮਾਨ ਜਿਹਦੇ ਪਿੱਛੇ ਜੇ ਖਬਰਾਂ ਬੜੀਆਂ ਚਰਚਾ ਵਿੱਚ ਰਹੀਆਂ ਸੀ, ਕਹਿੰਦੇ ਸਾਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਦੇ ਦਿਓ। ਬਾਅਦ ਵਿੱਚ ਜਵਾਬ ਆਇਆ ਕਿ ਸਮਾਨ ਤਾਂ ਅਸੀਂ ਦੇਤਾ। ਨਹੀਂ, ਉਹ ਕਹਿੰਦਾ ਕਿ ਲਿਖ ਕੇ ਚਿੱਠੀ ਲਿਆ ਕਿ ਤੁਹਾਡਾ ਕੀ ਸਮਾਨ ਹੈ। ਮੁੜ ਕੇ ਉਹ ਚਿੱਠੀ ਗਈ ਨਹੀਂ। ਯੂਨਾਈਟਿਡ ਸਿੱਖ ਮੂਵਮੈਂਟ, ਜਿੰਦਾ ਮੈਂ ਸੈਕਟਰੀ ਜਨਰਲ ਸੀ, ਇਹ ਅਸੀਂ ਕੇਸ ਟੇਕਅਪ ਕੀਤਾ। ਸਾਡੇ ਕੋਲ ਸਾਰੇ ਡਾਕੂਮੈਂਟਸ ਆਏ। ਉਹ ਅਸੀਂ ਡਾਕੂਮੈਂਟਸ ਨਾਲ ਇਹਨਾਂ ਨੂੰ ਕੁਐਸਚਨ ਕੀਤਾ। ਅਸੀਂ ਕਿਹਾ ਭਈ ਅਸੀਂ DGP ਨੂੰ ਐਪਲੀਕੇਸ਼ਨ ਵੀ ਦਿੱਤੀ ਕਿ ਕੇਸ ਰਜਿਸਟਰ ਕਰੋ। ਹੁਣ ਸਾਨੂੰ ਇਹ ਨਹੀਂ ਪਤਾ ਕਿ ਤੋਸ਼ਾਖਾਨਾ ਦੇ ਵਿੱਚ ਕੋਈ ਹੀਰੇ ਜਵਾਹਰਾਤ ਹੈ ਵੀ ਨੇ ਕਿ ਨਹੀਂ ਹੈ, ਕੋਈ ਮਹਾਰਾਜਾ ਰਣਜੀਤ ਸਿੰਘ ਦੀ ਕਲਗੀ ਹੈ ਵੀ ਹੈ ਕਿ ਨਹੀਂ ਹੈ, ਜੋ ਉਹਨਾਂ ਨੇ ਉੱਥੇ ਸੌਂਪਿਆ। ਕੱਖ ਵੀ ਉੱਥੇ ਸਾਨੂੰ ਪਤਾ ਨਹੀਂ, ਕਿਸੇ ਨੂੰ ਵੀ ਨਹੀਂ ਪਤਾ ਸਿੱਖ ਨੂੰ ਕਿ ਉੱਥੇ ਕੁਝ ਹੈਗਾ, ਕਿ ਉਹ ਵੀ ਸਾਰਾ ਖੁਰਦ-ਬੁਰਦ ਹੋ ਗਿਆ। ਜਿਹੜੇ ਸਰੂਪ ਸੀਗੇ, ਇਹ ਭਾਈ ਸਾਹਿਬ ਸਾਰੇ ਸਰੂਪ ਇਹਨਾਂ ਨੇ ਵੇਚਣ 'ਤੇ ਹਾੜ ਲਾਤੀ। ਇੱਕ ਵਦੰਤੀ ਸਾਹਿਬ ਜਿਹੜਾ ਮੇਨ ਸਰੂਪ ਸੀਗਾ, ਉਹ ਲੈ ਕੇ ਗਏ ਜਦੋਂ, ਤੇ ਬੜੀਆਂ ਕਿ ਵੀ ਇਹ ਲੈ ਕੇ ਗਏ ਟੈਚੀ 'ਚ ਬੰਦ ਕਰਕੇ। ਵੇਦਾਂਤੀ ਸਾਹਿਬ ਸਾਬਕਾ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਗੱਲ ਕਰ। ਹਾਂਜੀ, ਵੇਦਾਂਤੀ ਜਿਹੜਾ ਵੇਦਾਂ ਜਿਹਨੇ ਵੇਦ ਪੜ੍ਹੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ। ਉਹ ਜਿਹੜਾ ਲੈ ਕੇ ਗਏ, ਅਤੇ ਉਦੋਂ ਬੜੀਆਂ ਅਖਬਾਰਾਂ 'ਚ ਖਬਰਾਂ ਲੱਗੀਆਂ। ਉਦੋਂ ਅਜੀਤ ਅਖਬਾਰ 'ਚ ਖਬਰ ਲੱਗੀ, ਇੰਗਲਿਸ਼ ਟ੍ਰਿਬਿਊਨ ਲੱਗੀ, ਹਿੰਦੁਸਤਾਨ ਟਾਈਮਜ਼ ਲੱਗੀ, ਬਹੁਤ ਵੱਡੀਆਂ ਖਬਰਾਂ ਲੱਗੀਆਂ ਕਿ ਇਹ ਬੇਅਦਬੀ ਕੀਤੀ ਹੈ ਜਥੇਦਾਰ ਨੇ। ਇਹ ਟੈਚੀ 'ਚ ਬੰਦ ਕਰਕੇ ਲੈ ਗਿਆ ਹਵਾਈ ਜਹਾਜ਼ ਦੇ ਵਿੱਚ। ਇਹ ਉਹ ਸਰੂਪ ਜਿਹੜਾ ਹੈ ਉੱਥੇ ਜਾ ਕੇ ਉਹ ਵਿਕ ਜਾਂਦਾ ਕੈਨੇਡਾ ਦੇ ਵਿੱਚ। ਸਾਡੇ ਜਿਹੜੇ 2004 ਸਰੂਪ ਜੇ ਸਾਰੇ ਉਹ ਵਿਕ ਜਾਂਦੇ ਨੇ। ਉਹ ਸ਼੍ਰੋਮਣੀ ਕਮੇਟੀ ਦੱਸਦੀ ਨਹੀਂ। ਇਹਨਾਂ ਨੇ ਮੁੜ ਕੇ ਇਨਕੁਆਇਰੀ ਆਰਡਰ ਕਰ ਦਿੱਤੀ ਅਤੇ ਬਡੂੰਗਰ ਸਾਹਿਬ ਨੂੰ ਇਨਕੁਆਇਰੀ ਦਾ ਹੈੱਡ ਬਣਾ ਤਾ ਕਿ ਬਡੂੰਗਰ ਸਾਹਿਬ ਨਵੰਬਰ ਤੱਕ 4-6 ਮਹੀਨਿਆਂ 'ਚ ਉਹਦਾ ਸਾਰਾ ਪਤਾ ਕਰਨਗੇ। ਜਿਹੜੇ ਸਾਡੇ ਹੁਕਮਨਾਮੇ ਨੇ ਉਹ ਲੰਡਨ 'ਚ ਅਤੇ ਹਰਭਜਨ ਜੋਗੀ ਇਹਨਾਂ ਕੋਲੇ ਵਿਕ ਜਾਂਦੇ ਆ। ਸਾਡੇ ਕੋਲੇ ਸਿਰਫ ਕਲਰਡ ਫੋਟੋ ਕਾਪੀਆਂ, ਸਾਡੇ ਕੋਲੇ ਸਿਰਫ ਕਲਰਡ ਫੋਟੋ ਕਾਪੀਆਂ। ਉਹ 204 ਸਰੂਪਾਂ ਦਾ ਤਾਂ ਅਜੇ ਮੇਰੇ ਬਿਆਨ ਹੋ ਗਏ ਨੇ। ਮੇਰੇ ਵਿਜੀਲੈਂਸ ਵਾਲਿਆਂ ਨੇ ਮੈਨੂੰ ਮੁਹਾਲੀ ਬੁਲਾਇਆ ਸੀ 3-4 ਮਹੀਨੇ ਪਹਿਲਾਂ। ਉਹ ਮੇਰੇ ਸਾਰੇ ਬਿਆਨ ਹੋਏ ਨੇ, ਮੈਂ ਸਾਰੇ ਡਾਕੂਮੈਂਟਸ ਨਾਲ ਲਾਏ ਨੇ ਕਿ ਆਹ ਦੇਖੋ ਵਦੰਤੀ ਲੈ ਕੇ ਗਿਆ, ਉਦੋਂ ਸਰੂਪ ਕੈਨੇਡਾ 'ਚ ਵਿਕਿਆ, ਕਿੰਨੇ ਕਰੋੜ ਦਾ ਵਿਕਿਆ, ਉਹਨੂੰ ਵਾਪਸ ਲਿਆਂਦਾ ਜਾਵੇ। ਔਰ ਉਹ ਤਾਂ ਵਾਪਸ ਕੀ ਆਣਾ ਸੀ, ਆ 267 ਹੋਰ ਇਹਨਾਂ ਨੇ ਗਾਇਬ ਕਰਤੇ। ਔਰ ਇਹ ਦੇਖੋ 267 ਉਹ ਤਾਂ ਫੌਜ ਦੇ ਨਾਂ ਲਾਤਾ। ਇਹ 267 'ਚ ਕੌਣ ਇਨਵੋਲਡ ਨੇ? ਇਹ ਸਾਰੀ ਐਗਜ਼ੈਕਟਿਵ ਕਮੇਟੀ ਇਨਵੋਲਡ ਹੈ, ਪ੍ਰਧਾਨ ਇਨਵੋਲਡ ਹੈ। ਹਾਂਜੀ, ਕਾਰਜਕਾਰੀ ਜਥੇਦਾਰ ਤਾਂ ਵਿਚਾਰਾ ਨਵਾਂ ਬਣਿਆ, ਉਹਨੂੰ ਤਾਂ ਇਹਨਾਂ ਚੀਜ਼ਾਂ ਦਾ ਪਤਾ। ਉਹਨੂੰ ਹੁਣ ਪਤਾ ਲੱਗ ਰਿਹਾ ਵੀ ਮੈਂ ਕਿਹੜੀ ਜਗ੍ਹਾ 'ਤੇ ਫਸਿਆ ਹਾਂ। ਪਹਿਲਾਂ ਉਹ ਬੜੀਆਂ ਬੜਕਾ ਮਾਰਦਾ ਸੀ ਵੀ ਸ਼ਾਇਦ ਪੜ੍ਹਿਆ ਲਿਖਿਆ ਮੁੰਡਾ ਸੀ, ਕਿ ਨਵਾਂ ਮੁੰਡਾ ਆ ਗਿਆ, ਪੜ੍ਹਿਆ ਲਿਖਿਆ ਆ ਗਿਆ, ਸ਼ਾਇਦ ਸਾਡੀ ਕੌਮ ਦਾ ਕੋਈ ਸੁਧਰ ਜਾਏਗਾ। ਲੇਕਿਨ ਹੁਣ ਜਿਸ ਤਰ੍ਹਾਂ ਉਹਨੇ ਕੰਮ ਸ਼ੁਰੂ ਕਰ ਦਿੱਤੇ ਨੇ, ਉਹ ਗੁਰਬਚਨ ਸਿੰਘ ਵਾਲੇ ਕੰਮ ਫਿਰ ਸ਼ੁਰੂ ਹੋ ਗਏ ਨੇ।
ਉਹੀ ਲਿਪਾ ਪੋਚੀ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਤਨਖਾਹੀਆ ਕਰਾਰ ਦੇਣਾ, ਤੁਸੀਂ ਮੰਨਦੇ ਹੋ ਇਹ ਜਾਇਜ਼ ਹੈ ਜੋ ਕੁਝ ਕਰ ਰਹੇ ਨੇ? ਤੁਸੀਂ ਗੁਰੂ ਗ੍ਰੰਥ ਸਾਹਿਬ ਹੀ ਵੇਚ ਦਿਓ ਤੇ ਤੁਹਾਨੂੰ ਤਨਖਾਹੀਆ ਕਰਾਰ ਕੀਤਾ ਜਾਂਦਾ ਹੈ ਵੀ ਉਹ ਵੀ ਪਾਠ ਕਰ ਲਓ 1 ਮਹੀਨਾ। ਤੁਸੀਂ 200 300 ਸਰੂਪ ਵੇਚ ਦਿਓ ਤੇ ਤੁਹਾਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਇਹ ਕੀ ਸਜ਼ਾ ਹੋਈ ਬਈ? ਜਦੋਂ ਤੁਸੀਂ ਇਹ ਕਿਹਾ ਕਿ ਅਸੀਂ FIR ਰਜਿਸਟਰ ਕਰਾਵਾਂਗੇ, ਤੁਸੀਂ ਭਾਈ ਸਾਹਿਬ ਤੁਹਾਡੇ ਅੱਗੇ ਤੋਂ 300 400 ਹੋਰ ਨਾ ਚੋਰੀ ਹੋਣ, ਕਿਸੇ ਨੂੰ ਕੋਈ ਪਿੰਨ ਪੁਆਇੰਟ ਤਾਂ ਕਰੋ, ਕਿਸੇ ਨੂੰ ਚਲੋ ਗਿਲਟੀ ਤਾਂ ਹੋਲਡ ਕਰੋ, ਇਨਕੁਆਇਰੀ ਕਰੋ ਉਹਦੇ 'ਚ ਕੌਣ ਜ਼ਿੰਮੇਵਾਰ ਸੀਗਾ, ਕਿੱਥੇ ਸਰੂਪ ਗਏ, ਕੌਣ ਲੈ ਕੇ ਗਿਆ, ਕਿੱਥੇ ਕਿੱਥੇ ਉਹ ਵਿਕੇ ਨੇ। ਘੱਟੋ ਘੱਟ ਲੋਕਾਂ ਦੇ ਸਾਹਮਣੇ ਇਹ ਤਾਂ ਰੱਖ ਦਿਓ। ਲਿਆਉਣੇ ਤਾਂ ਤੁਸੀਂ ਨਹੀਂ, ਤੇ ਉਹ ਤੁਸੀਂ ਉਹਨੂੰ ਛੱਡ ਕੇ ਉਹਦੇ 'ਤੇ ਵੀ ਕੱਲ੍ਹ ਜੋ ਲਿਪਾ ਪੋਚੀ ਹੋਈ ਹੈ ਮੈਨੂੰ ਬੜੀ ਸ਼ਰਮ ਆਉਂਦੀ ਹੈ। ਔਰ ਸਾਡੇ ਇੱਥੋਂ ਤੱਕ ਸਾਡੀ ਜਿਹੜੀ ਸਿੱਖ ਕੌਮ ਹੈ, ਇੱਥੋਂ ਤੱਕ ਉਹ ਲੀਡਰ ਸਾਹਿਬਾਨ, ਕੌਮ ਨਹੀਂ, ਮੈਂ ਕੌਮ ਦਾ ਕੋਈ ਇਹਦੇ 'ਚ ਕਸੂਰ ਨਹੀਂ ਹੈਗਾ, ਸਾਡੀ ਸਿੱਖ ਲੀਡਰਸ਼ਿਪ ਇੱਥੋਂ ਤੱਕ ਗਿਰ ਚੁੱਕੀ ਹੈ, ਇੱਥੋਂ ਤੱਕ ਗਰਕ ਗਈ ਹੈ, ਇੱਥੋਂ ਤੱਕ ਉਹਨਾਂ ਦਾ ਬੇੜਾ ਗਰਕ ਹੋ ਗਿਆ ਕਿ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਜ਼ਨਸ ਸਮਝਦੇ। ਬਿਜ਼ਨਸ ਉਹਨਾਂ ਨੇ ਬਿਜ਼ਨਸ ਬਣਾ ਰੱਖਿਆ, ਉਹ ਗੁਰੂ ਨਹੀਂ ਮੰਨਦੇ ਆਪਦਾ। ਜੇ ਉਹ ਗੁਰੂ ਮੰਨਦੇ ਹੁੰਦੇ ਤੇ ਫਿਰ ਜਿਵੇਂ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਤੇ ਉੱਥੇ ਪੋਸਟਰ ਲੱਗੇ, ਤੇ ਪੋਸਟਰ ਲੱਗਣ ਤੋਂ ਬਾਅਦ ਇੱਕ ਛੋਟੇ ਜਿਹੇ ਪਿੰਡ ਵਾਲਾ ਪੋਸਟਰ ਲਾ ਰਿਹਾ ਹੈ, ਅਗਰ ਇੱਕ SHO ਚਾਹੁੰਦਾ ਨਾ, ਇੱਕ SHO 2 ਘੰਟਿਆਂ 'ਚ ਬਰਾਮਦ ਕਰ ਸਕਦਾ ਸੀ। 2 ਘੰਟਿਆਂ 'ਚ ਕਿੰਨੇ ਕੁ ਬੰਦੇ ਹੋਣਗੇ ਉੱਥੇ? 10-15 ਹੋਣਗੇ। 4-4 ਮਾਰੋ ਡਾਂਗਾਂ ਲਿਆ ਕੇ ਦਿੰਦੇ ਕਿ ਨਹੀਂ ਦਿੰਦੇ? ਤੇ ਤੁਸੀਂ ਉਹਨੂੰ ਅਲਾਓ ਕੀਤਾ। ਗੁਰੂ ਸਾਹਿਬ ਦੇ ਤੁਸੀਂ ਜਿਹੜੇ ਸਾਡੇ ਸੀਗੇ ਆਪਣਾ ਅੰਗ, ਉਹ ਤੁਸੀਂ ਰੂੜੀਆਂ 'ਤੇ ਰੋਲ ਤੇ ਰੂੜੀਆਂ 'ਤੇ ਰੋਲ ਕੇ ਕਹਿੰਦੇ ਸਾਡੀ ਅਕਾਲੀ ਸਰਕਾਰ ਹੈ, ਸਾਡੀ ਸਿੱਖਾਂ ਦੀ ਸਰਕਾਰ ਹੈ, ਅਸੀਂ ਰਾਜ ਨਹੀਂ, ਸਾਡੀ ਤਾਂ ਸੇਵਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਰੋਲ ਕੇ ਤੇ ਸੇਵਾ ਦੱਸਦੇ ਜੇ। ਇੰਨੀ ਬੇਸ਼ਰਮੀ ਦੀ ਇਹਨਾਂ ਦੀ ਹੱਦ। ਔਰ ਹੁਣ ਭੱਜੇ ਫਿਰਦੇ ਨੇ, ਭੱਜਣ ਨੂੰ ਰਾਹ ਨਹੀਂ ਲੱਭ ਰਿਹਾ ਕਿਉਂਕਿ ਹੁਣ ਇਹਨਾਂ ਨੂੰ ਗੁਰੂ ਟੱਕਰਿਆ, ਹੁਣ ਇਹ ਗੁਰੂ ਇਹਨਾਂ ਨੂੰ ਲੱਭ ਰਿਹਾ ਤੇ ਇਹ ਹੁਣ ਭੱਜੇ ਫਿਰਦੇ ਨੇ। ਇਸ ਕਰਕੇ ਇਹਨਾਂ ਦਾ ਤਾਂ ਰੱਬ ਹੀ ਰੱਖਾ ਹੈ। ਤੇ ਇਹਦੋਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਸਾਡਾ ਖਹਿੜਾ ਜਿਹੜਾ ਉਹ ਸ਼੍ਰੋਮਣੀ ਕਮੇਟੀ ਦਾ, ਇਹਨਾਂ ਜਿਹੜੇ ਇਹ ਕਾਲੇ ਅੱਖਰ ਲਿਖਣ ਵਾਲੇ ਸਾਡਾ ਇਤਿਹਾਸ ਜਿਨ੍ਹਾਂ ਨੇ ਕਲੰਕਿਤ ਕੀਤਾ, ਇਹਨਾਂ ਦਾ ਕਦੋਂ ਖਹਿੜਾ ਛੁੱਟਣਾ, ਸਾਡਾ ਸ਼੍ਰੋਮਣੀ ਕਮੇਟੀ ਦਾ ਇਹਨਾਂ ਤੋਂ ਕਦੋਂ ਖਹਿੜਾ ਛੁੱਟਣਾ, ਉਹਦੀ ਅਸੀਂ ਵੇਟ ਕਰ ਰਹੇ ਹਾਂ। ਕੈਪਟਨ ਸਾਹਿਬ ਤੁਸੀਂ ਕਹਿ ਰਹੇ ਸੀ ਕਿ ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਕੌਮ ਜਿਹੜੀ ਆ ਉਹ ਕਿੱਧਰ ਹੈ, ਸਿੱਖ ਲੀਡਰਾਂ ਦੇ ਤੁਸੀਂ ਇਲਜ਼ਾਮ ਲਾਉਂਦੇ, ਤੁਸੀਂ ਮੰਨਦੇ ਹੋ ਕਿ ਉਹ ਲੀਡਰ ਸਿੱਖ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਚ ਕੇ ਖਾ ਕੇ, ਜਾਂ ਜਿਹੜੇ ਇਹਨਾਂ ਸਾਰਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੇ ਉੱਪਰ ਆਕਾ ਬਣੇ ਬੈਠੇ ਨੇ, ਤੁਸੀਂ ਮੰਨਦੇ ਹੋ ਸਿੱਖ ਕਹਾਉਣ ਦੇ ਵੀ ਲਾਇਕ ਨੇ? ਪਹਿਰਾਵਾ ਸਿੱਖਾਂ ਦਾ, ਬਹਿਰੂਪੀਏ ਨੇ ਪਹਿਰਾਵਾ ਸਿੱਖਾਂ ਦਾ, ਲੇਕਿਨ ਸਿੱਖ ਹੋ ਨਹੀਂ ਸਕਦੇ। ਸਿੱਖ ਗੁਰੂ ਸਾਹਿਬ ਵਾਸਤੇ ਸੀਸ ਤਾਂ ਦੇ ਸਕਦਾ, ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਵੇਚ ਥੋੜ੍ਹੀ ਸਕਦਾ, ਸਿੱਖ ਆਪਦੇ ਸਾਹਮਣੇ ਉਹਨੂੰ ਰੁਲਦਾ ਥੋੜ੍ਹੀ ਦੇਖ ਸਕਦਾ। ਜੇ ਫਿਰ ਇਹੀ ਕੰਮ ਹੁੰਦਾ ਤੇ ਬਾਬਾ ਦੀਪ ਸਿੰਘ ਨੂੰ ਕੀ ਜ਼ਰੂਰਤ ਸੀ ਆ ਕੇ ਉੱਥੋਂ ਤਲਵੰਡੀ ਸਾਬੋ ਤੋਂ ਆ ਕੇ ਇੱਥੇ ਸੀਸ ਦੇਣ ਦੀ? ਉਹ ਸਿੱਖ ਸੀਗੇ। ਇਹ ਤਾਂ ਬਹਿਰੂਪੀਏ ਨੇ, ਬਹਿਰੂਪੀਏ ਨੇ। ਇਹਨਾਂ ਦੇ ਹੱਥ 'ਚ ਜਿਸ ਤਰ੍ਹਾਂ ਵੀ ਸਿੱਖ ਕੌਮ ਆਈ ਹੋਈ ਹੈ, ਇਹ ਸ਼ੁਕਰ ਹੈ ਕਿ ਦੇਖੋ ਤੁਸੀਂ ਉਹਨਾਂ ਦਾ ਕੱਖ ਨਹੀਂ ਵਿਗਾੜ ਸਕੇ, ਸਾਰੀ ਸਿੱਖ ਕੌਮ ਉਹਨਾਂ ਦਾ ਕੱਖ ਨਹੀਂ ਵਿਗਾੜ ਸਕੀ। ਜਦੋਂ ਗੁਰੂ ਨਾਲ ਇਹਨਾਂ ਨੇ ਪੰਗਾ ਲਿਆ ਤੇ ਗੁਰੂ ਨੇ ਇਹਨਾਂ ਨੂੰ ਰੋਲ ਕੇ ਸੁੱਟ ਦਿੱਤਾ, ਰੋਲ ਕੇ। ਹੁਣ ਇਹਨਾਂ ਨੂੰ ਕੋਈ ਜਗ੍ਹਾ ਨਹੀਂ ਹੈਗੀ ਨਾ ਭੱਜਣ ਵਾਸਤੇ ਨਾ ਲੁਕਣ ਵਾਸਤੇ, ਤੇ ਹੁਣ ਇਹ ਥਰ ਕੰਬਦੇ ਫਿਰਦੇ ਨੇ। ਇਹ ਗੁਰੂ ਨੇ ਰੋਲੇ ਹੈ, ਬੰਦਿਆਂ ਤੋਂ ਨਹੀਂ ਰੋਲੇ। ਇਹਨਾਂ ਕੋਲ ਇੰਨਾ ਸਰਮਾਇਆ, ਇੰਨਾ ਇਹਨਾਂ ਦੀਆਂ ਪਾਵਰਾਂ ਨੇ, ਕਿੱਥੇ ਕਿੱਥੇ ਇਹਨਾਂ ਦੀਆਂ ਲੱਗੀਆਂ ਹੋਈਆਂ ਨੇ ਇਟੀਆਂ ਸਿੱਟੀਆਂ, ਤੇ ਸਾਰਾ ਹਿੰਦੁਸਤਾਨ ਇਹ ਬੈਠੇ ਇੱਥੋਂ ਹਿਲਾ ਦਿੰਦੇ ਹੈ। ਤੇ ਇਹਨਾਂ ਨੂੰ ਕੋਈ ਹਿਲਾਉਣ ਵਾਲਾ ਨਹੀਂ ਸੀ। ਇਹ ਤਾਂ ਗੁਰੂ ਦੇ ਆ ਗਏ ਹੁਣ ਕਾਬੂ, ਤੇ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਂਭੇਗਾ। ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਪਿੱਛੋਂ ਵੀ ਕੋਈ ਕੰਮ ਕਰਦਾ, ਜਿਹੜੀ ਸਾਡੀ ਲੀਡਰਸ਼ਿਪ ਹੈ, ਭਾਵੇਂ ਉਹ ਆਪਾਂ ਨੂੰ ਸਿੱਖ ਲੀਡਰਸ਼ਿਪ ਕਹਿ ਰਹੇ ਆ, ਉਹਨਾਂ ਦੇ ਨਾਲ ਕੋਈ ਹੋਰ ਕਿਸੇ ਨਾਲ ਸਮਝੌਤਾ ਹੋਇਆ ਹੋਵੇ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜਿਸ ਤਰੀਕੇ ਨਾਲ ਬੇਕਦਰੀ ਕਰ ਰਹੇ ਨੇ ਹਰ ਇੱਕ ਦੀ ਨਿਗਾਹ ਦੇ ਵਿੱਚ, ਭਾਵੇਂ ਉਹ ਸ਼੍ਰੋਮਣੀ ਕਮੇਟੀ 'ਤੇ ਵੀ ਉਂਗਲਾਂ ਉੱਠ ਰਹੀਆਂ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 'ਤੇ ਉਂਗਲਾਂ ਉੱਠ ਜਾਂਦੀਆਂ, ਇਹ ਸਭ ਦੇ ਵਿਚਾਲੇ ਲੱਗਦਾ ਕੋਈ ਤੀਜੀ ਧਿਰ ਇਹੋ ਜਿਹੀ ਹੈ ਜਿਹੜੀ ਆ ਕੇ ਵਿੱਚ ਸਾਡੇ ਵਿੱਚ ਇੰਟਰਫੇਰੈਂਸ ਕਰਦੀ ਹੈ? ਮੈਂ ਇੱਕ ਤੁਹਾਨੂੰ ਬੜੀ ਹੀ ਇੰਟਰਸਟਿੰਗ ਗੱਲ ਸੁਣਾਉਣਾ। ਇਹ ਜਦੋਂ ਬਾਦਲ ਸਾਹਿਬ ਦੀ 10 ਸਾਲ ਤੋਂ ਪਹਿਲਾਂ ਸਰਕਾਰ ਸੀ, ਰਵਿੰਦਰ ਸਿੰਘ ਜੀ ਉਹਨੂੰ ਸਰਕਾਰ ਨੂੰ ਡੇਗਣ ਵਾਸਤੇ ਫਿਰਦੇ ਸੀ, ਤੇ ਰਵਿੰਦਰ ਮੈਨੂੰ ਕਹਿੰਦਾ ਵੀ ਜੇ ਆਪਾਂ 40-45 MLA ਆਪਾਂ ਲੈ ਵੀ ਗਏ, ਤੇ ਜੇ ਆਪਣੇ ਨਾਲ 16 BJP ਦੇ ਨਾਂ ਆਏ ਤੇ ਆਪਣੀ ਸਰਕਾਰ ਨਹੀਂ ਬਣਨੀ। ਤੇ ਅਕਾਲੀ ਦਲ 1920 ਵਾਲੇ ਰਵਿੰਦਰ ਸਿੰਘ ਦੀ ਗੱਲ ਕਰ? ਹਾਂਜੀ ਹਾਂਜੀ। ਤੇ ਉਹ ਮੈਨੂੰ ਕਹਿੰਦਾ ਵੀ ਜੇ ਆਪਣਾ ਕਿਤੇ ਰਾਬਤਾ ਹੋ ਜੇ ਸੁਦਰਸ਼ਨ ਜੀ ਨਾਲ, ਉਹ ਜਿਹੜਾ ਆਪਣਾ ਮੁੰਡਾ ਪਟਿਆਲੇ ਵਾਲਾ ਸੀ ਨਾ, ਰੁਲਦਾ,
ਜਿਹੜਾ ਸਿੱਖ ਸੰਗਤ ਦਾ ਪ੍ਰਧਾਨ ਸੀਗਾ। ਰਾਸ਼ਟਰੀ ਸਿੱਖ ਸੰਗਤ ਦਾ ਪ੍ਰਧਾਨ ਤੇ ਸੁਦਰਸ਼ਨ ਸਿੰਘ ਕੌਣ? ਸੁਦਰਸ਼ਨ ਸਿੰਘ ਪ੍ਰਧਾਨ RSS ਦਾ। ਤੇ ਉਹ ਰੁਲਦੇ ਨਾਲ ਮੇਰੀ ਗੱਲ ਹੋਈ। ਰੁਲਦਾ ਮੈਨੂੰ ਜਾਣਦਾ ਸੀ। ਮੈਂ ਕਿਹਾ ਰੁਲਦੇ ਆਹ ਕਹਾਣੀ ਹੈ। ਕਹਿੰਦਾ ਜੀ ਮੈਂ ਸੁਦਰਸ਼ਨ ਨਾਲ ਤੁਹਾਡੀ ਮੀਟਿੰਗ ਕਰਾ ਦੇਣਾ। ਅਸੀਂ ਰਾਤ ਨੂੰ 12:30 12:30 ਵਜੇ ਸੁਦਰਸ਼ਨ ਨਾਲ ਮੀਟਿੰਗ ਸੀ। ਅਸੀਂ ਚੰਡੀਗੜ੍ਹੋਂ ਸੁਦਰਸ਼ਨ ਨਾਲ ਮੀਟਿੰਗ ਕਰਨ ਚਲੇ ਗਏ। ਜਦੋਂ ਮੀਟਿੰਗ ਚੱਲ ਰਹੀ ਸੀ ਤੇ ਉਦੋਂ ਬਾਅਦ ਰਵਿੰਦਰ ਖੁਦ ਉਹਦੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦਾ ਸੀ। ਮੈਨੂੰ ਕਹਿੰਦਾ ਮੈਂ 5 ਮਿੰਟ ਗੱਲ ਕਰ ਲਵਾਂ ਤੇ ਮੈਂ ਉਹਨਾਂ ਦੇ ਸੈਕਟਰੀ ਕੋਲੇ ਜਾ ਕੇ ਬਹਿ ਗਿਆ। ਤੇ ਉਹਨਾਂ ਦਾ ਸੈਕਟਰੀ ਮੈਨੂੰ ਕਹਿੰਦਾ कि कैप्टन साहब आपको कोई भी काम हो अकाल तख्त के जथेदार के साथ वो हमारा आदमी है। RSS ਵਾਲਿਆਂ ਦਾ ਸੈਕਟਰੀ ਇਹ ਗੱਲ ਕਹਿ ਰਿਹਾ ਕਿ ਜਥੇਦਾਰ ਤੱਕ ਕੋਈ ਕੰਮ ਹੋਵੇ ਸਾਨੂੰ ਦੱਸੋ। ਮਤਲਬ ਕਿ RSS ਦਾ ਸ਼ਿਕੰਜਾ ਪੂਰਾ ਕਬਜ਼ਾ। मैं कहा जी वो मैनू कहता कि पूरन सिंह साडा बंदा है, कोई भी आपको काम हो हमें फ़ोन करना, वो ही करेगा। ताई तो कहता लव कुछ दी औलाद ने गुरु गोबिंद सिंह के पूरन सिंह ने शोशा छड्या सी सब तो पहला। ਮਰਹੂਮ ਸਾਹਿਬ ਦਾ ਜਥੇਦਾਰ ਪੂਰਨ ਸਿੰਘ कहता जथेदार वो ये शोशा उन्हें ही छड्या सी ते वो कहता वो तो साडा बंदा है। हुण देखो सारियां तुहाडियां संस्थावां दे विच वो इनफिल्ट्रेट कर चुके हैं। अकाली अकूली कोई नहीं, ਉਹੀ ਅਕਾਲੀਆਂ ਨੂੰ ਚਲਾਉਂਦੇ ਸੀ, ਉਹੀ ਹੁਣ ਦੁਬਦਾ 'ਚ ਪਏ ਹੋਏ ਨੇ। ਔਰ ਇਹ ਤਾਂ ਮੈਂ ਤੁਹਾਨੂੰ ਦੱਸਿਆ ਨਾ ਜਦੋਂ ਮੇਰੀ ਪਹਿਲਾਂ ਵੀ ਇਹ ਜਿਹੜਾ ਸਿੱਖ ਧਰਮ ਹੈ ਇਹ ਜਦੋਂ ਧਰਮ ਪੈਦਾ ਹੋਇਆ ਨਾ ਉਦੋਂ ਇੱਥੇ ਹਿੰਦੂਆਂ ਦਾ ਰਾਜ ਨਹੀਂ ਸੀ, ਉਦੋਂ ਮੁਗਲਾਂ ਦਾ ਰਾਜ ਸੀ। ਜੇ ਰਾਜ ਇਹ ਬਾਹਮਣਾਂ ਦਾ ਹੁੰਦਾ, ਜੇ ਰਾਜ ਬਾਹਮਣਾਂ ਦਾ ਹੁੰਦਾ ਇਹ ਕਦੀ ਵੀ ਸਾਡੇ ਧਰਮ ਨੂੰ ਪੈਦਾ ਨਾ ਹੋਣ ਦਿੰਦੇ। ਇਹ ਤਾਂ ਇਹਨਾਂ ਦੀ ਬਦਕਿਸਮਤੀ ਹੈ ਕਿ ਮੁਗਲਾਂ ਦਾ ਰਾਜ ਸੀ। ਸਾਡੇ ਸਾਰੇ ਗੁਰੂ ਸਾਹਿਬਾਨ ਜਿਹੜੇ ਪੈਦਾ ਹੋਏ ਉਹ ਮੁਗਲਾਂ ਦੇ ਪੀਰੀਅਡ 'ਚ ਪੈਦਾ ਹੋਏ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਾਂਦੇ ਜਾਂਦੇ ਸਾਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਉਹ ਦੇ ਗਏ ਕਿ ਗੁਰੂ ਮਾਨਿਓ ਗ੍ਰੰਥ ਜਿਹੜਾ ਹੈ ਇਹ ਅੱਜ ਤੋਂ ਲੈ ਕੇ ਲਿਵਿੰਗ ਗੁਰੂ ਤੁਹਾਡਾ ਗੁਰੂ ਗ੍ਰੰਥ ਸਾਹਿਬ ਹੀ ਹੋਏਗਾ, ਕੋਈ ਬੰਦਾ ਗੁਰੂ ਨਹੀਂ ਹੋਏਗਾ, ਲਿਵਿੰਗ ਗੁਰੂ ਨਹੀਂ ਹੋਏਗਾ। ਅਗਰ ਕੋਈ ਲਿਵਿੰਗ ਗੁਰੂ ਹੁੰਦਾ, ਗੁਰੂ ਸਾਹਿਬ ਬੜੇ ਸਮਝਦਾਰ ਸੀ, ਬੜੇ ਉਹਨਾਂ ਦੀ ਰੱਬ ਹੀ ਸੀਗੇ, ਉਹ ਕੋਈ ਸਮਝਦਾਰ ਕੀ ਹੋਣਾ। ਉਹਨਾਂ ਨੂੰ ਨਜ਼ਰ ਆ ਰਿਹਾ ਸੀ ਵੀ ਇਹ ਬਾਅਦ 'ਚ ਇਸ ਤਰ੍ਹਾਂ ਵੀ ਸਾਡੇ ਨਾਲ ਹੋ ਸਕਦਾ ਹੈ। ਤਾਂ ਹੀ ਉਹਨਾਂ ਨੇ ਇੱਕ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਬੀੜ ਜਿਹੜਾ ਵੇਚਿਆ ਉਦੰਤੀ ਸਾਹਿਬ ਨੇ ਕੈਨੇਡਾ 'ਚ ਜਿਹੜਾ ਵੇਚ ਕੇ ਆਏ ਨੇ, ਉਹਦੇ ਉੱਤੇ ਗੁਰੂ ਸਾਹਿਬ ਨੇ ਖੁਦ ਦਸਤਖਤ ਕੀਤੇ ਸੀ ਅਥੈਂਟੀਕੇਟ ਕਰਕੇ ਕਿ ਇਹ ਰੀਅਲ ਕਾਪੀ ਹੈ। ਜਿਹੜੇ ਵੀ ਅੱਗੇ ਤੋਂ ਪ੍ਰਿੰਟ ਹੋਣਗੇ ਇਹਦੇ ਨਾਲ ਦੇ ਪ੍ਰਿੰਟ ਹੋਣਗੇ, ਇਹਦੇ 'ਚ ਕੋਈ ਛੇੜਛਾੜ ਨਹੀਂ ਹੋ ਸਕੇਗੀ। ਉਹ ਸਾਨੂੰ ਇੱਕ ਛੱਡ ਕੇ ਗਏ। ਉਹ ਸਾਰੇ ਵਿਕੇ ਕਿਉਂ ਨੇ? ਉਹ ਵਿਕੇ ਤਾਂ ਨੇ ਹੁਣ ਜਿਵੇਂ ਇਹਨਾਂ ਨੇ ਦਸਮ ਗ੍ਰੰਥ ਦੇ ਵਿੱਚ ਵਾਰਤਾ ਰਮਾਇਣ ਲਿਖੀ ਹੈ, ਹੁਣ ਇਹ ਰਮਾਇਣਾ ਰਮੂਨਾ ਸਾਰੀਆਂ ਸਾਡੇ ਗ੍ਰੰਥਾਂ 'ਚ ਲਿਖਣ ਦੀ ਕੋਸ਼ਿਸ਼ ਕਰਨਗੇ। ਜਿਨ੍ਹਾਂ ਨੇ ਕਿਹਾ ਸੀ ਓਏ ਸਿੱਖੋ ਸਾਡੇ ਨਾਲ ਆ ਜਾਓ, ਮਾਸਟਰ ਤਾਰਾ ਸਿੰਘ ਕਹਿੰਦਾ ਨਾ ਜੀ ਸਾਡਾ ਤਾਂ 9 ਦਾ ਤੇ ਮਾਸ ਹੈ ਜੀ, ਤੇ 9 ਮਾਸ ਸਾਡਾ ਇਕੱਠਾ। ਉਹਨੇ ਕਿਹਾ ਤੁਸੀਂ ਇਹਨਾਂ ਦੀ ਗੁਲਾਮੀ ਦੇਖੀ ਹੈ, ਤੁਸੀਂ ਇਹਨਾਂ ਦੀ ਆਜ਼ਾਦੀ ਨਹੀਂ ਦੇਖੀ। ਆ ਜਾਓ ਸਾਡੇ ਨਾਲ, ਬਹਾਦਰ ਕੌਮਾਂ ਇਕੱਠੇ ਰਵਾਂਗੇ, ਲੜਾਂਗੇ ਮਰਾਂਗੇ, ਫਿਰ ਕੀ ਹੈ। ਬਹਾਦਰ ਕੌਮਾਂ ਲੜਦੀਆਂ ਵੀ ਹੁੰਦੀਆਂ। ਤੇ ਨਾ ਜੀ ਨਾ, ਅਸੀਂ ਤਾਂ ਇਹਨਾਂ ਨਾਲ ਹੀ ਜਾਣਾ ਹੈ। ਤੇ ਲੈ ਲਓ ਸਵਾਦ, ਜਿੱਦਣ ਦੇ ਇਹ ਲੱਗੇ ਹੋਏ ਨੇ, ਇਹ ਅੱਜ ਤੋਂ ਨਹੀਂ, ਇਹ ਪਿਛਲੇ 30-40 ਸਾਲਾਂ ਤੋਂ ਸਿੱਖ ਧਰਮ ਦੇ ਪਿੱਛੇ ਲੱਗੇ ਹੋਏ ਨੇ ਵੀ ਸਿੱਖ ਧਰਮ ਨੂੰ ਅਸੀਂ ਖਤਮ ਕਿਵੇਂ ਕਰਨਾ, ਵਿਦਆਊਟ ਨੋਇੰਗ ਕਿ ਦੇ ਆਰ ਵੇਸਟਿੰਗ ਦੇਅਰ ਟਾਈਮ। ਜੇ ਲਿਵਿੰਗ ਗੁਰੂ ਹੁੰਦਾ ਤਾਂ ਇਹਨਾਂ ਨੇ 500 ਗੁਰੂ ਬਣਾ ਦੇਣੇ ਤੇ ਅਸੀਂ ਲੱਭਦੇ ਫਿਰਦੇ ਵੀ ਅਸਲੀ ਹੈ ਕਿਹੜਾ ਇਹਨਾਂ 'ਚ। 500 ਗੁਰੂ ਬਣਾ ਦਿੰਦੇ, ਇਹ 500 ਗ੍ਰੰਥ ਵੀ ਲਿਖਵਾ ਦਿੰਦੇ, ਹਰ ਗੁਰੂ ਤੋਂ ਇੱਕ ਲਹਿਦਾ ਗ੍ਰੰਥ ਵੀ ਲਿਖਵਾ ਦਿੰਦੇ। ਇਹ ਫਿਰ ਉਹਨਾਂ ਦੇ ਸਾਡੇ ਪ੍ਰਕਾਸ਼ ਵੀ ਕਰਾ ਦਿੰਦੇ। ਇਹ ਤਾਂ ਇਹਨਾਂ ਦੀ ਬਦਕਿਸਮਤੀ ਇਹ ਹੈ ਕਿ ਗੁਰੂ ਸਾਹਿਬ ਦੇ ਗਏ, ਜੋ ਜਾਣ ਲੱਗੇ ਦੇ ਗਏ, ਸਭ ਕੁਛ ਅਥੈਂਟੀਕੇਟ ਕਰਕੇ ਦੇ ਗਏ। ਉਹ ਅਥੈਂਟੀਕੇਸ਼ਨ ਨੂੰ ਖਤਮ ਕਰਨ ਵਾਸਤੇ ਇਹਨਾਂ ਨੂੰ ਸਮਾਨ ਵਿਕਵਾਤਾ। ਇਹਨਾਂ ਨੇ ਛੱਡਿਆ ਕੁਛ ਨਹੀਂ ਗੋਲਡਨ ਟੈਂਪਲ 'ਚ। ਕੈਪਟਨ ਸਾਹਿਬ ਜਿਹੜਾ ਤੁਸੀਂ ਗੱਲ ਕਹਿ ਰਹੇ ਹੋ ਕਿ ਕੈਨੇਡਾ 'ਚ ਸਰੂਪ ਵੇਚੇ, ਕੋਈ ਜਾਣਕਾਰੀ ਹੈ ਕਿ ਕੈਨੇਡਾ ਸਰੂਪ ਕਿਹਨੂੰ ਵੇਚੇ? ਕਿਉਂਕਿ ਹੁਣ ਤਾਂ ਸਰੂਪ ਜਿਹੜੇ ਨਿਕਲੇ ਉਹ ਰਿਪੂ ਦਮਨ ਸਿੰਘ ਹੋਰਾਂ ਤੋਂ ਨਿਕਲੇ ਜਾਂ ਉਹਨਾਂ ਟਰਸਟ ਤੋਂ, ਸਤਨਾਮ ਟਰਸਟ ਤੋਂ ਨਿਕਲੇ। ਉਹ ਸਰੂਪ ਕਿਹਨੂੰ ਵੇਚਿਆ ਸੀ? ਮੈਨੂੰ ਹੁਣ ਦੇਖੋ ਜੀ, ਮੈਨੂੰ 6 ਮਹੀਨੇ ਪਹਿਲਾਂ ਬੰਦੇ ਦਾ ਨਾਮ ਵੀ ਯਾਦ ਸੀ, ਉਹਦਾ ਟੋਰਾਂਟੋ ਦੇ ਕਿਹੜੇ ਸ਼ਹਿਰ 'ਚ ਹੁੰਦਾ ਉਹ ਵੀ ਯਾਦ ਸੀ। ਹੁਣ ਸੱਚੀ ਮੁੱਚੀ ਮੈਂ ਕਹਾਂ ਤਾਂ ਮੈਨੂੰ ਭੁੱਲ ਗਿਆ ਉਹਦਾ ਨਾਂ। ਮਤਲਬ ਰਿਪੂ ਦਮਨ ਹੋਰਾਂ ਨੂੰ ਨਹੀਂ ਵੇਚੇ? ਰਿਪੂ ਦਮਨ ਕਿੱਥੇ ਕੈਨੇਡਾ 'ਚ ਰਹਿੰਦਾ? ਮੇਬੀ ਰਿਪੂ ਦਮਨ, ਰਿਪੂ ਦਮਨ ਨੇ ਅੱਗੇ ਵਿਕਾਏ ਹੋਣ, ਹਰਭਜਨ ਯੋਗੀ ਨੂੰ ਵਿਕਾਏ ਹੋਣ। ਹੁਕਮਨਾਮੇ ਤਾਂ ਮੈਨੂੰ ਪਤਾ ਅਮਰੀਕਾ 'ਚ ਵੀ ਹੈਗੇ ਸਾਡੇ, ਹੁਕਮਨਾਮੇ ਤਾਂ ਹਾਈ ਫਾਈ ਬੰਦੇ ਹੀ ਲੈ ਗਏ। ਅਤੇ ਉਹ ਜਿਹੜਾ ਦੇਖੋ ਦਲਗੀਰ ਹੈ ਜਿਹੜਾ ਉਹ ਆਪਦੇ ਆਪ ਨੂੰ ਹਿਸਟੋਰੀਅਨ ਦੱਸਦਾ। MA ਇੰਗਲਿਸ਼ ਹੈ, MA ਦੀ ਇਹ ਟੀਚਿੰਗ ਕਰਦਾ ਸੀ। ਇਹਨੇ ਕੋਈ ਪ੍ਰਾਈਵੇਟ ਸਕੂਲ 'ਚ ਪੜ੍ਹਾਇਆ, ਉੱਥੋਂ ਇਹਨੂੰ ਟੋਰਾ ਸਾਹਿਬ ਨੇ ਚੁੱਕ ਕੇ ਲਾ ਲਿਆ ਇੱਥੇ।
ਇਹ ਅੰਡਰਗਰਾਉਂਡ ਹੋ ਗਿਆ। ਇਹਨੇ ਫਿਰ ਇੱਕ ਅਕਾਲ ਤਖਤ ਸਾਹਿਬ ਤੇ ਕਿਤਾਬ ਲਿਖੀ। ਅਕਾਲ ਤਖਤ ਸਾਹਿਬ ਦੇ ਇਸ ਹਿਸਟੋਰੀਅਨ ਨੇ ਸੋ ਕਾਲਡ ਐਮ.ਏ. ਇੰਗਲਿਸ਼ ਨੇ ਕਿਤਾਬ ਲਿਖੀ ਨਕਲਾਂ ਮਾਰ ਮਾਰ ਕੇ। ਉਹ ਕਿਤਾਬ ਲਿਖ ਕੇ ਤੇ ਹੁਣ ਆ ਕਹਿ ਰਿਹਾ 3-4 ਮਹੀਨੇ ਪਹਿਲਾਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਬਣਾਇਆ ਹੀ ਨਹੀਂ। ਇਹ ਇਹਦੇ ਬਿਆਨ ਆ। ਹੁਣ ਕਹਿੰਦਾ ਮੈਂ ਕਿਤਾਬ ਗਲਤੀ ਨਾਲ ਲਿਖ ਬੈਠਾ। ਕਦੀ ਕਿਤਾਬਾਂ ਵੀ ਗਲਤੀ ਨਾਲ ਲਿਖੀਆਂ ਜਾਂਦੀਆਂ। ਕਹਿੰਦਾ ਮੈਨੂੰ ਉਦੋਂ ਪਤਾ ਨਹੀਂ ਸੀ, ਮੈਂ ਕਿਤਾਬ ਗਲਤੀ ਨਾਲ ਤੂੰ ਕਾਹਦਾ ਹਿਸਟੋਰੀਅਨ, ਤੂੰ ਰਿਸਰਚ ਗਲਤੀ ਸਾਰੀ ਕਰ ਦਿੱਤੀ। ਕਹਿੰਦਾ ਤੇ ਇੱਥੇ ਬੈਠਾ ਮੁਹਾਲੀ ਜੀ, ਅੰਡਰਗਰਾਉਂਡ ਸੀਗਾ, ਪਤਾ ਨਹੀਂ ਕਿਵੇਂ ਓਵਰਗਰਾਉਂਡ ਹੋਇਆ ਫਿਰਦਾ। ਬਈ ਇਹ ਤਾਂ ਤਰਾਸਦੀ ਹੈ ਸਿੱਖ ਕੌਮ ਦੀ। ਸਿੱਖ ਕੌਮ ਦੇ ਨੂੰ ਸਗੋਂ ਚੰਗੀ ਗੱਲ ਹੈ ਕਿ ਤੁਸੀਂ ਆਏ ਜੇ। ਹਰ ਬੱਚੇ ਨੂੰ ਪਤਾ ਹੋਣਾ ਚਾਹੀਦਾ, ਹਰ ਬੱਚੇ ਨੂੰ ਸਾਡਾ ਇਤਿਹਾਸ ਪਤਾ ਹੋਣਾ ਚਾਹੀਦਾ, ਹਰ ਬੱਚੇ ਨੂੰ ਸਾਡੇ ਨਾਲ ਕੀ ਵਾਪਰਿਆ 1984 ਤੋਂ ਲੈ ਕੇ ਅੱਜ ਤੱਕ। ਇਹ ਪ੍ਰੀ ਪਲਾਨਡ ਸੀਗਾ ਸਾਰਾ ਕੁਝ। ਇਹ ਅਟੈਕਿੰਗ 6 ਅਟੈਕਿੰਗ ਗੋਲਡਨ ਟੈਂਪਲ, ਇਹ ਕੋਈ ਛੋਟੀ ਮੋਟੀ ਚੀਜ਼ ਨਹੀਂ ਸੀਗੀ, ਇਹ ਸਾਰਾ ਪਲਾਨਡ ਆਪਰੇਸ਼ਨ ਸੀਗਾ। ਕੈਪਟਨ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਬੱਚੇ ਨੂੰ ਪਤਾ ਹੋਣਾ ਚਾਹੀਦਾ ਜੋ ਕੁਝ ਸ਼੍ਰੋਮਣੀ ਕਮੇਟੀ ਤੇ ਹੋ ਰਿਹਾ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋ ਰਿਹਾ, ਜੋ ਸਾਡੀਆਂ ਸਿੱਖ ਲੀਡਰਸ਼ਿਪ ਜੋ ਕੁਝ ਕਰ ਰਹੀ ਹੈ, ਜਿਹਨੂੰ ਆਪਾਂ ਜੇ ਕਹਿ ਲਈਏ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਿੱਖ ਵੀ ਨਾ ਕਹੀਏ ਕਿ ਕਈ ਇਹੋ ਜਿਹੇ ਚਿਹਰੇ ਬਣੇ ਹੋਏ ਨੇ, ਉਹਨੂੰ ਲੈ ਕੇ ਸਿੱਖ ਬੱਚਿਆਂ ਦੇ ਵਿੱਚ ਬੜਾ ਭੰਬਲ ਭੂਸਾ ਜਿਹਾ ਬਣਿਆ ਹੋਇਆ ਕਿ ਦੇਖੋ ਜੇ ਅਸੀਂ ਸਾਡੇ ਤੁਹਾਡੇ ਵਰਗੇ ਕੋਈ ਉਹਨਾਂ ਨੂੰ ਸਵਾਲ ਕਰਦੇ ਨੇ ਸਾਡੇ ਤੋਂ ਛੋਟਿਆਂ ਨੂੰ ਜਾ ਕੇ, ਤਾਂ ਉਹ ਕਹਿੰਦੇ ਨੇ ਕਿ ਦੇਖੋ ਯਾਰ ਹੋ ਕੀ ਰਿਹਾ, ਅਸੀਂ ਕੀ ਕਰੀਏ, ਅਸੀਂ ਕਿਹਨੂੰ ਮੰਨੀਏ, ਚੱਲ ਕੀ ਰਿਹਾ, ਸਾਨੂੰ ਸਮਝ ਨਹੀਂ ਆਉਂਦੀ। ਉਹ ਤਾਂ ਫਿਰ ਹੋਰ ਕਦੇ ਕਿਸੇ ਦੀ ਫਿਲਾਸਫੀ ਨੂੰ ਮੰਨਦੇ ਨੇ, ਕਦੇ ਕਿਸੇ ਦੀ ਫਿਲਾਸਫੀ ਨੂੰ ਮੰਨਦੇ ਨੇ। ਸਾਨੂੰ ਤਾਂ ਐਡਾ ਵੱਡਾ ਵਰਦਾਨ ਮਿਲਿਆ ਗੁਰੂ ਗ੍ਰੰਥ ਸਾਹਿਬ, ਸਾਨੂੰ ਕਿਸੇ ਦੀ ਫਿਲਾਸਫੀ ਮੰਨਣ ਦੀ ਜ਼ਰੂਰਤ ਹੀ ਨਹੀਂ। ਅਸੀਂ ਕੋਈ ਬੰਦਿਆਂ ਦੀ ਫਿਲਾਸਫੀ ਥੋੜ੍ਹੀ ਮੰਨਣੀ ਹੈ। ਸਾਡੇ ਕੋਲ ਤਾਂ ਸਭ ਕੁਝ ਹੈਗਾ, ਫਿਲਾਸਫੀ ਸਾਡੇ ਕੋਲ ਤਾਂ ਗੁਰੂ ਹੈ। ਅਤੇ ਸਾਨੂੰ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਣਾ ਪਏਗਾ ਨਾ। ਜਿੰਨੇ ਵੀ ਬੱਚੇ ਕੁਐਸਚਨ ਪੁੱਛਦੇ ਨੇ ਕਰਦੇ ਨੇ, ਉਹਨਾਂ ਨੂੰ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਪਹਿਚਾਨੋ ਤੁਹਾਡਾ ਇਤਿਹਾਸ ਕੀ ਹੈ, ਤੁਸੀਂ ਪਹਿਚਾਨੋ ਔਰ ਸਿੱਧੇ ਰਾਹ 'ਤੇ ਚੱਲੋ। ਆਓ ਸਾਰੇ ਇਕੱਠੇ ਮਿਲ ਕੇ, ਆਪਾਂ ਸਾਰੇ ਇਕੱਠੇ ਮਿਲ ਕੇ, ਮੈਂ ਇੱਕ ਪਾਰਟੀ ਵੀ ਸ਼ੁਰੂ ਕੀਤੀ, ਮੈਂ ਪਾਰਟੀ ਦਾ ਪ੍ਰਧਾਨ ਵੀ ਹਾਂ ਸ਼ੇਰੇ ਪੰਜਾਬ ਵਿਕਾਸ ਪਾਰਟੀ ਦਾ। ਆਓ ਸਾਰੇ ਇਕੱਠੇ ਮਿਲ ਕੇ ਇਹ ਸਾਰੇ ਸਿਸਟਮ ਨੂੰ ਸੁਧਾਰੀਏ। ਅਤੇ ਮੈਂ ਤਾਂ ਦੇਸ਼ ਦੀ ਬਦਕਿਸਮਤੀ ਕਹਿੰਦਾ ਬਈ ਜਿੱਡਾ ਵੱਡਾ ਨੁਕਸਾਨ ਤੁਸੀਂ ਸਿੱਖਾਂ 'ਤੇ ਹਮਲੇ ਕਰ ਰਹੇ ਜੇ, ਜਿੰਨਾ ਵੱਡਾ ਨੁਕਸਾਨ ਤੁਹਾਡੇ ਮੁਲਕ ਦਾ, ਸਾਡਾ ਮੁਲਕ ਹੈ, ਅਸੀਂ ਕੁਰਬਾਨੀਆਂ ਕੀਤੀਆਂ ਇਸ ਮੁਲਕ ਦਾ, ਜਿੰਨਾ ਵੱਡਾ ਨੁਕਸਾਨ ਸਾਡੇ ਮੁਲਕ ਦਾ ਹੋਏਗਾ ਸਿੱਖਾਂ 'ਤੇ ਅਟੈਕ ਕਰਕੇ, ਸ਼ਾਇਦ ਤੁਸੀਂ ਸੋਚ ਹੀ ਨਹੀਂ ਸਕਦੇ। ਇਹ ਜਿਹੜੀ ਬ੍ਰਹਮਿਕਲਾ ਸਰਵਿਸਿਜ਼ ਨੇ, ਜਿਹੜੀਆਂ ਫੋਰਸਿਸ ਨੇ ਜਿਹੜੀਆਂ ਲੱਗੀਆਂ ਹੋਈਆਂ ਨੇ, ਉਹਨਾਂ ਨੂੰ ਅਕਲ ਆਉਣੀ ਚਾਹੀਦੀ ਹੈ। ਜੇ ਤੁਸੀਂ ਅੱਜ ਸੇਫ ਜੇ ਤਾਂ ਸਿਰਫ ਸਿੱਖਾਂ ਦੀ ਬਦੌਲਤ ਸੇਫ ਜੇ। ਕਰ ਦਿਓ ਸਿੱਖਾਂ ਨੂੰ ਇੱਕ ਪਾਸੇ ਤੇ ਦੇਖ ਲਓ ਤਮਾਸ਼ਾ ਫਿਰ ਤੁਹਾਡਾ। ਕਿੰਦੇ ਭਾਂਡੇ ਮਾਂਜਦੇ, ਜਿਵੇਂ ਸਾਰੀ 800 ਸਾਲ ਮਾਂਜੇ ਨਾ, 600 ਸਾਲ ਮੁਗਲਾਂ ਦੇ ਮਾਂਜੇ ਅਤੇ 200-250 ਸਾਲ ਅੰਗਰੇਜ਼ਾਂ ਦੇ ਮਾਂਜੇ। ਕਰ ਦਿਓ ਸਾਨੂੰ ਇੱਕ ਪਾਸੇ, ਫਿਰ ਦੇਖ ਲਓ ਫਿਰ ਕਿੰਦੇ ਹੋਰ ਮਾਂਜਦੇ ਜੇ ਭਾਂਡੇ, ਚੀਨੀਆਂ ਦੇ ਮਾਂਜਦੇ ਜੇ ਕਿ ਉਹੀ ਤੁਰਕੀ ਵਾਲੇ ਵਾਪਸ ਆਉਂਦੇ ਨੇ, ਕਿ ਅਫਗਾਨਿਸਤਾਨ ਵਾਲੇ ਵਾਪਸ ਆਉਂਦੇ ਨੇ, ਕਿ ਅਫਗਾਨ ਆਉਂਦੇ ਨੇ, ਕਿ ਰਸ਼ੀਆ ਤੋਂ ਆਉਂਦੇ ਨੇ ਵਾਪਸ, ਤੁਹਾਨੂੰ ਲੱਗ ਜੂ ਪਤਾ। ਤੁਸੀਂ ਤਾਂ ਆਪਦੇ ਮੰਦਰ ਨਹੀਂ ਬਚਾ ਸਕੇ, ਤੁਹਾਡੇ ਤਾਂ ਅਸੀਂ ਖੋ ਕੇ ਲਿਆ ਕੇ ਦਿੱਤੇ ਦਰਵਾਜ਼ੇ। ਤੋ ਇਸ ਕਰਕੇ ਤੁਸੀਂ ਇੱਕੋ ਹੀ ਮੇਰੀ ਬੇਨਤੀ ਹੈ ਕਿ ਇਸ ਹਿੰਦੁਸਤਾਨ ਦੇ ਹੁਕਮ ਰੂਲਾਂ ਨੂੰ ਕਿ ਤੁਸੀਂ ਸਿੱਖਾਂ ਨੂੰ ਵੱਡੇ ਭਰਾ ਬਣਾ ਕੇ ਰੱਖੋ। ਜੇ ਤੁਸੀਂ ਬਿਹਤਰੀ ਚਾਹੁੰਦੇ ਜੇ, ਹਿੰਦੁਸਤਾਨ ਦੀ ਬਿਹਤਰੀ ਚਾਹੁੰਦੇ ਜੇ, ਸਾਨੂੰ ਦੇਖੋ ਸਿੱਖ ਕੀ ਚਾਹੁੰਦਾ, ਸਿੱਖ ਨੂੰ ਕੁਛ ਨਹੀਂ ਚਾਹੀਦਾ। ਸਿੱਖ ਕਮਾਉਣਾ ਜਾਣਦਾ, ਸਿੱਖ ਖਾਣਾ ਜਾਣਦਾ, ਸਿੱਖ ਵੰਡ ਕੇ ਖਾਣਾ ਜਾਣਦਾ। ਸਾਡੇ ਗੁਰੂ ਸਾਹਿਬ ਨੇ ਸਾਨੂੰ ਦਾਤ ਦਿੱਤੀ ਹੈ, ਕਿਰਤ ਕਰੋ, ਵੰਡ ਛਕੋ, ਨਾਮ ਜਪੋ। ਸਾਨੂੰ ਤਾਂ ਸਭ ਕੁਝ ਬਾਬਾ ਦੇ ਗਿਆ, ਤੁਹਾਡੇ ਤੋਂ ਤਾਂ ਸਾਨੂੰ ਕੁਛ ਨਹੀਂ ਚਾਹੀਦਾ। ਜੇ ਤੁਸੀਂ ਸਾਡੇ ਤੋਂ ਕੁਝ ਲੈਣਾ ਤਾਂ ਸਾਡੇ ਨਾਲ ਘੱਟੋ ਘੱਟ ਪਿਆਰ ਮੁਹੱਬਤ ਨਾਲ ਤਾਂ ਬੋਲੋ, ਬੋਲ ਬਾਣੀ ਤਾਂ ਸਾਡੇ ਨਾਲ ਸਹੀ ਰੱਖੋ। ਇੰਨੀਆਂ ਮੇਰੀਆਂ ਬੇਨਤੀਆਂ ਤੁਹਾਨੂੰ। ਅਖੀਰ ਦੇ ਵਿੱਚ ਜੋ ਕੁਝ ਵਾਪਰ ਰਿਹਾ ਇਸ ਸਭ ਦੇ ਉੱਤੇ ਤੁਸੀਂ ਸੁਣਿਆ ਹੋਣਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਬੜਾ ਕੁਝ ਬੋਲਦੇ ਨੇ, ਉਹ ਵੀ ਬੜੇ ਤੰਜ ਕੱਸਦੇ ਨੇ ਵੀ ਆਹ ਦੇਖੋ ਜਥੇਦਾਰੋ ਕੀ ਹੋ ਰਿਹਾ, ਆਹ ਦੇਖੋ ਅਕਾਲ ਤਖਤ ਤੇ ਆਹ ਸ਼੍ਰੋਮਣੀ ਕਮੇਟੀ ਕੀ ਕਰਦੀ ਹੈ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਉਹ ਸਹੀ ਨੇ, ਉਹ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੱਲੋ, ਤੁਸੀਂ ਇਹਨਾਂ ਦੇ ਮਗਰ ਨਾ ਲੱਗੋ, ਆਹ ਦੇਖੋ ਕੀ ਕੁਝ ਕਰ ਰਹੇ ਨੇ, ਅਖੌਤੀ ਬਾਬੇ ਕੀ ਕੁਝ ਕਰ ਰਹੇ ਨੇ, ਉਹ ਮੰਨਦੇ ਹੋ ਉਸ ਚੀਜ਼ ਨੂੰ? ਮੈਂ ਇਸ ਕੰਟਰੋਵਰਸੀ 'ਚ ਨਾ ਜੀ, ਢੱਡਰੀਆਂ ਵਾਲੇ ਦੀ ਕੰਟਰੋਵਰਸੀ 'ਚ ਬਿਲਕੁਲ ਨਹੀਂ ਆਉਣਾ ਚਾਹੁੰਦਾ, ਕਿਉਂਕਿ ਮੈਨੂੰ ਕੋਈ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ ਹੈਗਾ। ਮੈਂ ਤਾਂ ਇੱਕ ਨਮਾਨਾ ਜਿਹਾ ਸਿੱਖ ਹਾਂ, ਮੈਂ ਇਸ ਕਰਕੇ ਉਹਨਾਂ 'ਤੇ ਨਹੀਂ ਕਮੈਂਟ ਕਰ ਸਕਦਾ। ਲੇਕਿਨ ਇੱਕ ਦੋ ਜਿਹੜੇ ਕਾਮਰੇਡ ਜੇ ਉਹਨਾਂ ਨੇ TV 'ਤੇ ਭੇਜੇ ਸੀ ਨਾ, ਜਿਹੜੇ ਕਹਿੰਦੇ ਇਹ ਤਾਂ ਪਾਣੀ ਹੈ, ਇਹ ਅੰਮ੍ਰਿਤ ਪੀ ਜਾਂਦੇ ਲੋਕ, ਇਹ ਤਾਂ ਪਾਣੀ ਹੈ, ਉਹ ਸ਼ਬਦਾਵਲੀ ਬਹੁਤ ਗੰਦੀ ਸੀ, ਉਹਨੂੰ ਅਸੀਂ ਸਾਰਿਆਂ ਨੇ ਆਬਜੈਕਟ ਕੀਤਾ। ਬਾਕੀ ਠੀਕ ਹੈ, ਗੁਰੂ ਸਾਹਿਬ ਦਾ ਪ੍ਰਚਾਰ ਜਿਹੜਾ ਕਰਦਾ ਜੀ ਸਦਕੇ ਕਰੇ, ਪ੍ਰਚਾਰ ਹੋਣਾ ਚਾਹੀਦਾ। ਹਾਂਜੀ, ਅਤੇ ਵਧੀਆ ਗੱਲ ਹੈ, ਜਿੰਨਾ ਪ੍ਰਚਾਰ ਕਰੋਗੇ, ਲੋਕਾਂ ਨੂੰ ਰਾਹ ਦਿਖਾਓਗੇ, ਸੱਚੇ ਸੁੱਚੇ ਰਾਹ 'ਤੇ ਚਲਾਓਗੇ, ਉਨਾ ਹੀ ਚੰਗਾ ਹੈ। ਤੇ ਲੱਗਦਾ ਕਿ ਇਹ ਸਰੂਪ ਜਿਹੜੇ ਹੁਣ ਸ਼੍ਰੋਮਣੀ ਕਮੇਟੀ ਨੇ
ਵੱਲੋਂ ਜਿਹੜੇ ਖੁਰਦ-ਬੁਰਦ ਕਦੇ ਕਹਿੰਦੇ ਨੇ ਕਿ ਸਰੂਪ ਜਿਹੜਾ ਲੱਭੂਗਾ ਅਸੀਂ ਉਹਦੀ ਜਾਣਕਾਰੀ ਗੁਪਤ ਰੱਖਾਂਗੇ, ਕਦੇ ਕਹਿੰਦੇ ਨੇ ਕਿ ਨਹੀਂ ਅੰਕੜਿਆਂ 'ਚ ਹੇਰ-ਫੇਰ ਹੋਇਆ, ਲੱਭ ਲੈਣਗੇ? ਆਖਰੀ ਸਵਾਲ ਹੈ ਬਿਲਕੁਲ। ਪਹਿਲਾਂ ਤਾਂ 204 ਤਾਂ ਲੱਭ ਲਓ, ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਕਿੱਥੇ ਵਿਕੇ ਹੈ। ਤੁਹਾਨੂੰ ਵੀ ਪਤਾ ਹਵਾਈ ਜਹਾਜ਼ਾਂ 'ਚ ਗਏ, ਹਵਾਈ ਜਹਾਜ਼ਾਂ 'ਚ ਉਤਰੇ ਕਿਹਦੇ ਘਰ ਜਾ ਕੇ, ਵਦੰਤੀ ਕਿਹਦੇ ਘਰ ਜਾ ਕੇ ਠਹਿਰਿਆ, ਇਹ ਜਾ ਕੇ ਕਿਹਦੇ ਉੱਥੇ ਘਰ ਠਹਿਰੇ, ਉੱਥੇ ਗਏ ਨਾ ਸਰੂਪ, ਉਹ ਤਾਂ ਲੱਭ ਲਓ ਪਹਿਲਾਂ। ਹੁਕਮਨਾਮੇ ਤਾਂ ਸਾਡੇ ਲੱਭ ਲਓ, ਫੋਟੋ ਕਾਪੀਆਂ ਰੱਖੀ ਬੈਠੇ, ਸ਼ਰਮ ਆਉਣੀ ਚਾਹੀਦੀ ਹੈ। ਔਰ ਕੀ ਹੈ ਤੁਹਾਡੇ ਕੋਲ ਤੋਸ਼ਾਖਾਨਾ 'ਚ ਕੋਈ ਤੁਹਾਡੇ ਕੋਲ ਚੀਜ਼ ਹੈ ਵੀ ਹੈਗਾ? ਖਾਲੀ ਤਾਲੇ ਮਾਰੇ ਜੇ, ਕੁੱਖ ਨਹੀਂ ਜੇ ਪਤਾ ਉੱਥੇ ਕੀ ਹੈਗਾ ਜਿੱਥੇ ਕੀ ਨਹੀਂ। ਕਿਉਂਕਿ ਇਹ ਚੋਰੀ ਸੁਖਬੀਰ ਐਂਡ ਪਾਰਟੀ ਇਹ ਤੋਸ਼ਾਖਾਨਾ 'ਚ ਇਕੱਲੇ ਵਿਜ਼ਿਟ ਕਰਦੇ ਰਹੇ, ਕੀ ਉੱਥੋਂ ਚੁੱਕ ਲਿਆ ਕੀ ਉੱਥੋਂ ਛੱਡ ਲਿਆ ਸਾਨੂੰ ਨਹੀਂ ਪਤਾ। ਕੁਛ ਕੋਈ ਰਿਕਾਰਡ ਹੀ ਹੈ ਨਹੀਂ। ਕਦੋਂ ਵਿਜ਼ਿਟ ਕਰਦੇ ਰਹੇ ਇਹ? ਪਿਛਲੇ 10 ਸਾਲਾਂ 'ਚ ਇਹਨਾਂ 2-3 ਦਫਾ ਵਿਜ਼ਿਟ ਕੀਤਾ ਵਦੰਤੀ ਦੇ ਟਾਈਮ 'ਤੇ, ਇਹ ਤੇ ਇਹਦੀ ਵਾਈਫ ਦੋਨਾਂ ਨੇ ਇਹਨਾਂ ਨੇ ਵਿਜ਼ਿਟ ਕੀਤਾ 2-3 ਦਫਾ ਤੋਸ਼ਾਖਾਨਾ। ਉੱਥੇ ਕੀ ਹੈਗਾ ਅਤੇ ਕੀ ਨਹੀਂ ਹੈਗਾ ਸਾਰੀ ਲਿਸਟ ਬਣਾ ਕੇ, ਸਾਡਾ ਖਦਸ਼ਾ ਜਿਹੜਾ ਸਿੱਖ ਕੌਮ ਦਾ, ਸਾਰੀ ਲਿਸਟ ਬਣਾ ਕੇ ਪਬਲਿਕਲੀ ਡਿਸਪਲੇ ਕਰ ਦਿਓ ਕਿ ਆਹ ਦੇਖੋ, ਐ ਨਾ ਮਾਰੋ, ਆਪਾਂ ਗੁਰੂ ਨੂੰ ਬਦਨਾਮ ਨਾ ਕਰੀਏ, ਆਹ ਦੇਖੋ ਸਾਡੇ ਕੋਲ ਆ ਸਾਰਾ ਕੁਝ ਪਿਆ, ਤੇ ਸਾਰੀ ਗੱਲ ਕਲੀਅਰ ਹੋ ਜਾਏਗੀ। ਸਭ ਦੇ ਸਾਹਮਣੇ ਕਰੋ। ਦਰਸ਼ਨ ਡਿਊਟੀ ਦੇ ਦਰਵਾਜ਼ੇ ਇਹਨਾਂ ਨੇ ਉਤਾਰ ਕੇ ਰੱਖੇ ਸੀ ਸੋਮਨਾਥ ਮੰਦਿਰ ਨੂੰ ਵਾਪਸ ਦੇਣ 'ਤੇ, ਉਹ ਰੌਲਾ ਪੈ ਗਿਆ, ਉੱਥੇ ਨਾਲ ਦੇ ਕਮਰੇ 'ਚ ਰੱਖੀ ਬੈਠੇ ਹੈ। ਉਹ ਦੀਵਾਨੀ ਨੇ ਇਹਨਾਂ ਤੋਂ ਲਿਆ ਸੀ, ਇਹਨਾਂ ਨੇ ਲਾ ਕੇ ਦੇ ਤੇ, ਉਹ ਜਦੋਂ ਜ਼ਿਆਦਾ ਰੌਲਾ ਪੈ ਗਿਆ ਉੱਥੇ ਪਏ, ਉਹ ਕੋਈ ਰਿਪੇਅਰ ਵਾਸਤੇ ਨਹੀਂ ਗਏ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਤੋ ਇਸ ਕਰਕੇ ਇਹ ਤਾਂ ਗੋਲਡਨ ਟੈਂਪਲ ਨੂੰ ਹੀ ਖੁਰਦ-ਬੁਰਦ ਕਰਨ ਲੱਗੇ ਹੋਏ ਨੇ, ਗੋਲਡਨ ਟੈਂਪਲ ਦੇ ਹੀ ਦੁਸ਼ਮਣ ਬਣੇ ਹੋਏ ਨੇ। ਗੋਲਡਨ ਟੈਂਪਲ ਦੀ ਐਗਜ਼ੈਕਟਿਵ ਕਮੇਟੀ ਗੋਲਡਨ ਟੈਂਪਲ 'ਚ ਹਜ਼ਾਰਾਂ ਕਰੋੜਾਂ ਰੁਪਈਆ ਖਾਂਦੇ ਨੇ, ਉਹਦੇ ਹੀ ਦੁਸ਼ਮਣ ਬਣੇ ਹੋਏ ਨੇ। ਕਿਆ ਸਿੱਖ ਕਹੋਗੇ ਇਹਨਾਂ ਨੂੰ? ਕਿੱਥੋਂ ਦੇ ਸਿੱਖ ਨੇ ਜੀ? ਤੋ ਮੈਨੂੰ ਤਾਂ ਸ਼ਰਮ ਆਉਂਦੀ ਜਿਹਨਾਂ ਨੂੰ ਸਿੱਖ ਸੁੱਖ ਕਹਿੰਦੇ ਆ। ਸ਼ੁਕਰੀਆ, ਧੰਨਵਾਦ। ਸੋ ਸਾਡੇ ਨਾਲ ਮੌਜੂਦ ਸਨ ਕੈਪਟਨ ਚੰਨਨ ਸਿੰਘ ਸੰਧੂ, ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਨਾਲ ਇਹ ਲੋਕ ਖਿਲਵਾੜ ਕਰ ਰਹੇ ਨੇ। ਸਿੱਖੀ ਭੇਸ ਦੇ ਵਿੱਚ ਰਹਿ ਕੇ ਤੋਸ਼ੇਖਾਨੇ ਨੂੰ ਲੈ ਕੇ ਬੜੇ ਵੱਡੇ ਇਹਨਾਂ ਨੇ ਸਵਾਲ ਖੜੇ ਕੀਤੇ। ਤਮਾਮ ਸਵਾਲਾਂ ਦਾ ਜਵਾਬ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੱਕ ਵੀ ਪਹੁੰਚ ਕਰਕੇ ਇਹਨਾਂ ਸਵਾਲਾਂ ਦਾ ਜਵਾਬ ਲਿਆ ਜਾਵੇ ਕਿ ਉਹ ਸਰੂਪ ਕਿੱਥੇ ਨੇ ਜਿਹੜੇ ਉਹ ਕੈਨੇਡਾ ਲੈ ਕੇ ਗਏ, ਜਿਨ੍ਹਾਂ ਦੇ ਇਹ ਇਲਜ਼ਾਮ ਉਹਨਾਂ 'ਤੇ ਲਗਾ ਰਹੇ ਨੇ। ਤੋਸ਼ੇਖਾਨੇ ਨੂੰ ਲੈ ਕੇ ਜਿਵੇਂ ਇਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਕਿ ਉੱਥੇ ਵੀ ਜਿਹੜਾ ਸਮਾਨ ਨੂੰ ਖੁਰਦ-ਬੁਰਦ ਕਰ ਦਿੱਤਾ ਗਿਆ। ਇਹ ਸਭ ਦੇ ਬਾਰੇ ਕੀ ਕੁਝ ਅੱਗੇ ਨਿਕਲ ਕੇ ਸਾਹਮਣੇ ਆਉਂਦਾ ਅਸੀਂ ਉਸ ਉੱਤੇ ਵੀ ਨਜ਼ਰ ਰੱਖਾਂਗੇ। ਮੈਨੂੰ ਸੁਖਵਿੰਦਰ ਸਿੰਘ ਨੂੰ ਇਜਾਜ਼ਤ ਦਿਓ। ਤੁਸੀਂ ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।